ਇਹ ਸਪਲਾਈ ਕਰਦਾ ਸੀ ਉਹ AK-47 ਵਗੈਰਾ ਉਹਦੇ ਢੋਲਣਾ 'ਚ ਉਹਨਾਂ ਨੇ ਫੜ ਕੇ ਉਹ ਲੱਤਾਂ ਚੌੜੀਆਂ ਕਰਤੀਆਂ ਜੀ। ਇਹ ਬਲਕਾਰ ਸਿੱਧੂ ਉਹਦੇ ਕਾਂਗੜ ਸਾਹਿਬ ਦੇ ਗੁਰਪ੍ਰੀਤ ਕਾਂਗੜ ਦੇ ਨਾਨਕਾ। ਮੈਂ ਇਹਨਾਂ ਨੂੰ ਜਦੋਂ ਰੌਲਾ ਪੈ ਗਿਆ ਨਾ ਇਹਨਾਂ ਸਾਡੀ ਜ਼ਮੀਨ ਦੱਬਣ ਲੱਗ ਗਿਆ, ਇਹਦੇ ਵਿੱਚ ਇੰਟਰਫੇਅਰ ਕਰਨ ਲੱਗਾ ਬਲਕਾਰ ਸਿੰਘ ਸਿੱਧੂ। ਅਕਾਲੀ ਸਰਕਾਰ ਦੇ ਟਾਈਮ ਤੋਂ ਪੈਰ ਨਹੀਂ ਲੱਗਣ ਦਾ ਪੈਸੇ ਦੇ ਕੇ ਜਿਹੜੀ ਆਪੋਜੀਸ਼ਨ ਪਾਰਟੀ ਸੀ ਜਿਹੜੇ ਗਲਤ ਬੰਦੇ ਫਿਰਦੇ ਅਨਸਰ ਹੈਗੇ ਅੱਤਵਾਦੀ ਵੀ ਹੈਗੇ ਜੀ, ਗੁੰਡਾ ਐਲੀਮੈਂਟ ਵੀ ਹੈ, ਭੂ ਮਾਫੀਆ ਵੀ ਹੈ। SGPC ਤੋਂ ਅਸੀਂ ਜਿੱਤੇ ਆਏ, ਉਹ ਤਾਂ ਖਤਮ ਹੋ ਗਈ। ਇੱਕਦਮ ਬਲਕਾਰ ਸਿੰਘ ਸਿੱਧੂ ਨੇ ਇਹਨਾਂ ਨੂੰ ਗਲਤ ਕੈਂਡੀਡੇਟ ਬਣਾਇਆ ਜੀ। ਉਹ 46% 48 ਕਿੱਲੇ ਨਾ ਜੀ ਹੁਣੇ ਇਲੈਕਸ਼ਨ ਤੋਂ ਪਹਿਲਾਂ ਉਹਨੇ ਵੇਚੇ ਸੀ। ਉਹ ਇਹਨਾਂ ਦਾ ਸਾਥ ਦੇਣ ਲੱਗੇ। DSP ਨੂੰ ਤੇ SHO ਨੂੰ ਫੋਨ ਕਰਤਾ ਕਿ ਭਾਈ ਇਹ ਰਹਿਣ ਦਿਓ, ਤੁਸੀਂ ਕੁਝ ਨਹੀਂ ਕਰਨਾ, ਮੈਂ ਕਰੂੰਗਾ। ਉਦੋਂ ਪਹਿਲਾਂ ਗਏ ਜੀ, ਉਹਨਾਂ ਨੂੰ ਪੁੱਠੇ ਮੂੰਹ ਮੋੜਤਾ। ਕਹਿੰਦਾ ਇਹ ਨਹੀਂ ਹੁੰਦਾ, ਇਹ ਕੋਈ ਕੰਮ ਨਹੀਂ ਹੁੰਦਾ। ਮੈਂ ਵੀ ਇਹਦੇ ਪੀਏ ਨੂੰ ਕੀਤਾ, ਕਹਿੰਦਾ ਜੀ ਉਹ ਬਾਈ ਨੇ ਕਰਤਾ। ਮੈਂ ਕਿਹਾ ਮੇਰੀ ਗੱਲ ਕਰਾ ਦਿਓ ਜੀ, ਤਾਂ ਮੈਂ ਸੁਪਰੀਮ ਕੋਰਟ ਲੈ ਜਾਊਂ ਇਹਨਾਂ ਨੂੰ। ਫਿਰ ਤੋਂ ਉਦੋਂ ਬਾਅਦ ਆਡੀਓ ਦੀ ਗੱਲ ਆਈ। ਮੈਂ ਸੋਚਿਆ ਚਲ ਮੈਂ ਗੱਲ ਕਰ ਲੈਣਾ, ਐਡੀ ਕਦੀ ਦੇਖਦੇ ਹੈਗੇ। ਇਹਨੂੰ ਹੈਗਾ ਜੀ ਪੈਸੇ ਲਾਲ ਦੱਬਣ ਨੂੰ ਹੀ ਫਿਰਦੇ ਸਾਰਾ ਕੁਝ। ਮੈਂ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ ਜੀ, ਮੈਂ ਮਹਾਮੰਡਲੇਸ਼ਵਰ ਨਿਰਮਲ ਪੰਚਾਇਤੀ ਅਖਾੜਾ ਕੰਕਲ ਹਰਿਦੁਆਰ ਹੈਗਾ ਜੀ। ਨਾਲੇ ਮੇਰੇ ਕੋਲੇ ਡੇਰਾ ਜਲਾਲ ਪਿੰਡ, ਉੱਥੇ ਮੇਰੇ ਕੋਲ ਮੰਤੀ ਵੀ ਹੈਗੀ ਜੀ। ਉੱਥੋਂ ਦਾ ਮੈਂ ਗਦੀਨਸ਼ੀਨ ਸੰਤ ਹੈਗਾ ਜੀ। ਇਹ 1856 ਜੀ ਮਹਾਰਾਜਾ ਨਾਭਾ ਨੇ ਸਾਡੇ ਸੰਤਾਂ ਨੂੰ, ਪੁਰਾਣੇ ਬਜ਼ੁਰਗਾਂ ਨੂੰ 36 ਕਿੱਲੇ ਦਿੱਤੀ ਸੀ ਜ਼ਮੀਨ, ਦਾਨ ਦਿੱਤੀ ਸੀ। ਉਹਨਾਂ ਨੂੰ ਹਜ਼ਮ ਨਹੀਂ ਆਈ ਜੀ ਪਿੰਡ ਵਾਲਿਆਂ ਨੂੰ ਕਿ ਵੀ ਇਹ ਸਾਧਾਂ ਨੂੰ ਦੇਤੀ ਜੀ ਤੁਸੀਂ। ਤੇ ਮੁੜ ਕੇ 1963 'ਚ ਇਹਨਾਂ ਨੇ ਕੇਸ ਕਰਤਾ ਜੀ ਕਿ ਜੀ ਸਾਡਾ ਸਿੱਖ ਗੁਰਦੁਆਰਾ ਹੈ। ਹੁਣ ਸਾਡੀ ਜਿਹੜੀ ਨਿਰਮਲੇ ਸੰਤਾਂ ਦੀ ਕੇਸ ਕਿਹਨੇ ਕੀਤਾ ਉਹਨੇ? SGPC ਨੇ ਜੀ ਕੀਤਾ। ਤਾਂ ਪਿੰਡ ਵਾਲਿਆਂ ਕੋਲ ਇਹਨਾਂ ਨੇ ਕਰਾਤਾ ਜੀ। ਪਿੰਡ ਵਾਲਿਆਂ ਨੇ ਕੀ ਕੀਤਾ, ਇਹਨਾਂ ਨੇ ਕਿਹਾ ਜੀ ਤੁਹਾਨੂੰ ਗ੍ਰਾਂਟ ਦਵਾਵਾਂਗੇ ਜੀ। ਤੇ ਪਿੰਡ ਵਾਲੇ ਮੁੜ ਕੇ ਜਿਨ੍ਹਾਂ ਨੇ ਹਾਂ ਵੀ ਕਰਤੀ ਸੀ, ਉਹਨਾਂ ਨੇ ਮੁੜ ਕੇ ਸਿਗਨੇਚਰ ਕਰਕੇ ਕਿਹਾ ਜੀ ਸਾਡੇ ਝੂਠੇ ਦਾ ਕੀਤਾ, ਉਹਨਾਂ ਨੇ ਵਾਪਸ ਲੈ ਲਿਆ ਜੀ। ਸ਼ਾਨਦਾਰ ਜ਼ਮੀਨ ਸੀ ਉਹ? ਨਹੀਂ ਜੀ, ਪਿੰਡ ਦੀ ਪੂਰੀ ਜ਼ਮੀਨ, ਪਿੰਡ ਦੀ ਪੂਰੀ ਜ਼ਮੀਨ, ਪਿੰਡ ਦੀ ਮਤਲਬ ਚੰਗੀ ਜ਼ਮੀਨ ਹੈ। 12 ਸੜਕ ਤੇ ਹੀ ਹੈ ਜੀ, 12 ਕਿੱਲੇ ਤਾਂ ਮਹਿੰਗੀ, ਬੜੀ ਮਹਿੰਗੀ ਹੈਗੀ ਹੈ। ਐਸੇ ਕਰਕੇ ਤਾਂ ਸਾਰਾ ਲਾਲ ਚੜਦਾ ਜੀ। 24 ਕਿੱਲੇ ਇੱਕ ਹੋਰ ਸਾਈਡ ਹੈਗਾ ਜੀ, 2 ਸਾਈਡਾਂ ਹੈਗੀਆਂ ਜੀ। ਤੇ ਇਹ 1856 'ਚ ਉਹਨਾਂ ਦੇਤੀ। ਮੁੜ ਕੇ 1963 'ਚ ਇਹਨਾਂ ਨੇ ਝੂਠੀ ਮੁੱਠੀ ਪਾਦੇ ਕਾਗਜ਼ ਜੀ, ਪਰ ਪਿੰਡ ਵਾਲਿਆਂ ਨੇ ਵਾਪਸ ਲੈ ਲਏ। ਕਹਿੰਦੇ ਸਾਨੂੰ SGPC ਨੇ ਜੀ ਉਹੀ ਝੂਠ ਮਾਰ ਕੇ ਦੇਤਾ ਸੀ। ਫਿਰ SGPC ਨੇ ਚੱਕਿਆ ਜੀ ਕੇਸ ਔਨ ਬਿਹਾਫ ਆਫ ਦਾ ਸਿੱਖਸ। ਉਹਨਾਂ ਨੂੰ ਅਸੀਂ ਫਿਰ 12 ਜਨਵਰੀ 2011 'ਚ ਅਸੀਂ ਜਿੱਤ ਕੇ ਆ ਗਏ ਜੀ ਕਿ ਇਟ ਇਜ਼ ਨਾਟ ਅ ਸਿੱਖ ਗੁਰਦੁਆਰਾ, ਇਟ ਇਜ਼ ਅ ਡੇਰਾ ਆਫ ਨਿਰਮਲਾ ਸਾਧੂਸ। ਐਂ ਕਰਕੇ ਅਸੀਂ ਜਿੱਤ ਕੇ ਆ ਗਏ ਜੀ। ਜੋ ਜਿੱਤ ਕੇ ਆ ਗਏ ਜੀ, ਮੁੜ ਕੇ ਅਸੀਂ ਸੋਚਿਆ ਕਿ ਚਲੋ ਇਹਦਾ ਨਾਂ ਨੂੰ ਠੀਕ ਜਿਹੜੀ ਹੈਗੀ ਹੈ ਐਂਟਰੀਆਂ ਠੀਕ ਕਰਾ ਲਈਏ, ਇੰਪਲੀਮੈਂਟ ਕਰਾ ਲਈਏ ਇਹਨੂੰ, ਕੀ ਕਹਿੰਦੇ ਹੁੰਦੇ ਆ, ਸੁਪਰੀਮ ਕੋਰਟ ਦੀ ਜੱਜਮੈਂਟ ਨੂੰ। ਉਹ ਜਦੋਂ ਜਾਈਏ ਇਹਨਾਂ ਕੋਲ ਠੀਕ ਕਰਾਉਣ ਜੀ, ਉਹ ਬਾਦਲ ਸਾਹਿਬ ਦੇ ਟਾਈਮ ਦਾ ਕੋਈ ਅਕਾਲੀ ਸਰਕਾਰ ਦੇ ਟਾਈਮ ਕੋਈ ਪੈਰ ਨਹੀਂ ਲੱਗਣ ਦਾ ਪੈਸੇ ਦੇ ਕੇ ਜਿਹੜੀ ਆਪੋਜੀਸ਼ਨ ਪਾਰਟੀ ਸੀ ਜਿਹੜੇ ਗਲਤ ਬੰਦੇ ਫਿਰਦੇ ਅਨਸਰ ਹੈਗੇ ਅੱਤਵਾਦੀ ਵੀ ਹੈਗੇ ਜੀ, ਗੁੰਡਾ ਐਲੀਮੈਂਟ ਵੀ ਹੈ, ਭੂ ਮਾਫੀਆ ਵੀ ਹੈ ਜੀ। ਉਹ ਇਹਨੂੰ ਪੈਸੇ ਦੇ ਕੇ ਗਲਤ ਐਂਟਰੀ ਕਰਾ ਜਾਂਦੇ ਸੀ ਕਿ ਸਾਡੀ ਠੀਕ ਨਹੀਂ ਹੋਣ ਦਿੰਦੇ ਸੀਗੇ ਜੀ। ਕੈਪਟਨ ਸਾਹਿਬ ਦੇ ਟਾਈਮ ਵੀ ਅਸੀਂ ਕੋਸ਼ਿਸ਼ ਕੀਤੀ, ਉਦੋਂ ਵੀ ਇਹੀ ਜਵਾਬ ਆ ਗਿਆ। ਹੁਣ ਫਿਰ ਅਸੀਂ ਸੋਚਿਆ ਕਿ ਚਲੋ ਆਮ ਆਦਮੀ ਦੀ ਸਰਕਾਰ ਆਈ ਹੈ ਤੇ ਕੁਛ ਨਾ ਕੁਛ ਕੋਈ ਚੰਗਾ ਹੀ ਸੁਣੇ, ਚੰਗਾ ਕਰਨਗੇ। ਸਾਨੂੰ ਵੀ ਉਮੀਦ ਹੈ ਕਿ ਚੰਗਾ ਕਰਨਗੇ ਜੀ। ਹੁਣ ਛੋਟੀ ਮੋਟੀ ਚੀਜ਼ ਅਸੀਂ ਤਾਂ ਮੈਮੋਰੈਂਡਮ ਦੇਣ ਗਏ ਆ ਜੀ। ਮੈਂ ਇਹਨਾਂ ਨੂੰ ਜਦੋਂ ਰੌਲਾ ਪੈ ਗਿਆ ਨਾ ਇਹਨਾਂ ਸਾਡੀ ਜ਼ਮੀਨ ਦੱਬਣ ਲੱਗ ਗਿਆ, ਇਹਦੇ ਵਿੱਚ ਇੰਟਰਫੇਅਰ ਕਰਨ ਲੱਗਾ ਬਲਕਾਰ ਸਿੰਘ ਸਿੱਧੂ। ਤੁਸੀਂ ਵਾਇਰਲ ਸੁਣੀ ਹੋਣੀ ਹੈ, ਉਹ ਵੀਡੀਓ ਸੁਣੀ ਹੋਣੀ ਹੈ ਜਿਹਦੇ 'ਚ ਆਡੀਓ। ਹੁਣ ਇਹ ਦੱਸੋ ਜੀ, ਬਲਕਾਰ ਸਿੰਘ ਸਿੱਧੂ ਜਿਹੜਾ MLA ਆ ਉਹ ਕੀ ਇੰਟਰਫੇਅਰ ਕਰ ਰਿਹਾ? ਕਿ ਖੁਦ ਕਬਜ਼ਾ ਕਰਨਾ ਚਾਹੁੰਦਾ ਜਾਂ SGPC ਨੂੰ ਕਬਜ਼ਾ ਦਿਵਾਉਣਾ ਚਾਹੁੰਦਾ? ਨਹੀਂ SGPC ਤੋਂ ਅਸੀਂ ਜਿੱਤੇ ਆਏ, ਉਹ ਤਾਂ ਖਤਮ ਹੋ ਗਈ ਜੀ। ਹੁਣ ਤਾਂ ਪਿੰਡ ਵਾਲਿਆਂ ਦਾ ਜੀ, ਪਿੰਡ ਵਾਲਿਆਂ ਦਾ ਜਿਹੜਾ, ਹਾਂਜੀ, ਜਿਹੜਾ ਪਿੰਡ ਵਾਲਿਆਂ ਦਾ ਭੂ ਮਾਫੀਆ ਹੈ ਜਾਂ ਕੋਈ ਆਮ ਆਦਮੀ ਪਾਰਟੀ ਦੇ ਅੰਡਰੋਂ ਸਪੋਰਟ ਕਰ ਰਹੇ ਹੈਗੇ ਜੀ। ਨਾਲ ਬੈਠੇ ਜੀ ਪਿੰਡ ਵਾਲੇ। ਉਹ ਹੁਣ ਉਹਨੂੰ ਦੇਖੋ ਜੀ, ਸਾਰਿਆਂ ਨੂੰ ਖਾਣ ਪੀਣ ਦਾ ਮਸਲਾ ਹੁੰਦਾ ਇਹਨਾਂ ਦਾ। ਉਹਨੇ ਇੱਕਦਮ ਬਲਕਾਰ ਸਿੰਘ ਸਿੱਧੂ ਨੇ ਇਹਨਾਂ ਨੂੰ ਗਲਤ ਕੈਂਡੀਡੇਟ ਬਣਾਇਆ ਜੀ। ਉਹ 46% 48 ਕਿੱਲੇ ਨਾ ਜੀ ਹੁਣੇ ਇਲੈਕਸ਼ਨ ਤੋਂ ਪਹਿਲਾਂ ਉਹਨੇ ਵੇਚੇ ਸੀ। ਉਹਨੇ ਪੈਸੇ ਵੀ ਤਾਂ ਕਵਰ ਕਰਨੇ ਆ ਜੀ। ਸਾਡਾ ਸਾਥ ਕਿਉਂ ਦਊ? ਉਹ ਪਿੰਡ ਵਾਲਿਆਂ ਦਾ ਕਹਿੰਦਾ ਕਿ ਭਾਈ ਪਿੰਡ ਵਾਲਿਆਂ ਤੋਂ ਇਹਨੇ ਪੈਸੇ ਖਾਣੇ ਹੁੰਦੇ ਆ ਜੀ। ਤੇ ਉਹ ਇਸ ਕਰਕੇ ਉਹ ਇਹਨਾਂ ਦਾ ਸਾਥ ਦੇਣ ਲੱਗੇ। DSP ਨੂੰ ਤੇ SHO ਨੂੰ ਫੋਨ ਕਰਤਾ ਕਿ ਭਾਈ ਇਹ ਰਹਿਣ ਦਿਓ, ਤੁਸੀਂ ਕੁਝ ਨਹੀਂ ਕਰਨਾ, ਮੈਂ ਕਰੂੰਗਾ ਇਹ। ਕਿ ਯਾਨੀ ਕਿ ਆਪਦੇ ਵਾਲੇ ਹੱਕ ਵਾਲੇ ਬੰਦੇ ਉਹ ਤੋਰਤੇ ਜੀ। ਸਾਡੇ ਸੰਤਾਂ ਨੂੰ ਮਿਲਣਗੇ ਇੱਕ ਦਿਨ ਪਹਿਲਾਂ ਜੀ, ਜੋ ਤੁਸੀਂ ਮੇਰੀ ਵਾਇਰਲ ਹੋਈ ਆਡੀਓ ਸੁਣੀ ਹੈ, ਉਦੋਂ ਪਹਿਲਾਂ ਗਏ ਜੀ। ਉਹਨਾਂ ਨੇ ਪੁੱਠੇ ਮੂੰਹ ਮੋੜਤਾ। ਕਹਿੰਦਾ ਇਹ ਨਹੀਂ ਹੁੰਦਾ, ਇਹ ਕੋਈ ਕੰਮ ਨਹੀਂ ਹੁੰਦਾ। ਮੈਂ ਵੀ ਇਹਦੇ ਪੀਏ ਨੂੰ ਕੀਤਾ, ਕਹਿੰਦਾ ਜੀ ਉਹ ਬਾਈ ਨੇ ਕਰਤਾ। ਮੈਂ ਕਿਹਾ ਮੇਰੀ ਗੱਲ ਕਰਾ ਦਿਓ ਜੀ, ਤਾਂ ਮੈਂ ਸੁਪਰੀਮ ਕੋਰਟ ਲੈ ਜਾਊਂ ਇਹਨਾਂ ਨੂੰ।
ਫਿਰ ਤੋਂ ਉਦੋਂ ਬਾਅਦ ਆਡੀਓ ਦੀ ਗੱਲ ਆਈ ਹੈ ਜੀ। ਮੈਂ ਸੋਚਿਆ ਚਲ ਮੈਂ ਗੱਲ ਕਰ ਲੈਂਦਾ, ਐਡੀ ਕਾਹਦੀ ਦੇਖਦੇ ਹੈਗੇ। ਇਹਨੂੰ ਹੈਗਾ ਜੀ ਪੈਸੇ ਲਾ ਦੱਬਣ ਨੂੰ ਵੀ ਫਿਰਦੇ ਜੀ ਸਾਰਾ ਕੁਝ। 36 ਕਿੱਲੇ ਹੁਣ ਸਾਰੇ ਹੀ ਦੱਬਣ ਨੂੰ ਫਿਰਦੇ ਆ। 12 ਕਿੱਲੇ ਹੁਣ ਸਾਡੇ ਵਾਹ ਆ ਜੀ, ਵਾਹ ਇਹਨਾਂ ਦੇ ਉੱਤੇ ਵਾਹਤਾ ਜੀ, ਉਹ ਵਹਾਤੇ ਉਹਨੇ ਪਿੰਡ ਵਾਲੇ ਦੇ। ਇਹਦੇ ਉੱਤੇ ਬਲਕਾਰ ਸਿੰਘ ਦੀ ਸ਼ਹਿਰ ਤੇ ਪਿੰਡ ਵਾਲੇ ਬੰਦਿਆਂ ਨੇ ਚੱਕ ਕੇ ਇਹਦੇ ਉੱਤੇ ਵਾਹਤੀ ਜੀ। ਜ਼ਮੀਨ ਸਾਡੀ ਵਾਹੀ ਜਾਂਦਾ ਜੀ, ਪਨੀਰੀ ਲਾਈ ਵੀ ਹੈ, ਪਨੀਰੀ ਲਾਈ ਵੀ ਹੈ ਜੀ। ਉੱਤੇ ਆ ਕੇ ਉਹਨਾਂ ਨੇ ਫੇਰ ਕਰਤੀ ਜੀ। ਉਹ ਸਾਰੀ ਐਂ ਕਰਕੇ ਉਹਨਾਂ ਆਡੀਓ ਬਣਾਈ ਆ, ਦੇਖੋ ਵੀਡੀਓ ਬਣਾਈ ਆ ਕਿ ਆਹ ਦੇਖੋ ਜੀ ਅਸੀਂ ਕਬਜ਼ਾ ਲਿਖਿਆ ਹੋਇਆ, ਕਬਜ਼ਾ ਬਦਮਾਸ਼ੀ ਜਿਵੇਂ ਹੁੰਦੀ ਹੈ ਜੀ। ਇਹ ਉਹਦੀ ਸ਼ਹਿਰ ਤੇ ਹੀ ਹੋ ਰਿਹਾ ਜੀ। ਹੁਣ ਉਹਨੇ ਪੈਸੇ ਆਪਦੇ ਕਵਰ ਕਰਨੇ ਆ। ਆਫਟਰ ਆਲ ਘੱਟੋ 15 ਕਰੋੜ ਜਾਂ ਦਿਨਾਂ ਵੀ ਦੀ ਵਿੱਚ ਹੀ ਹੈਗੀ 48 ਕਿੱਲੇ ਕਵਰ ਵੀ ਤਾਂ ਕਰਨੇ ਆ। ਹੁਣੇ ਤੁਸੀਂ ਉਹਦੀ ਸੁਣੀ ਹੋਣੀ ਹੈ, ਰਾਮਪੁਰਾ ਫੁੱਲ ਵੀ ਉਹਦੀ ਕੰਟਰੋਵਰਸੀ ਆ ਗਈ ਸੀ। ਕਿਸੇ ਕੀ ਕਹਿੰਦੇ ਹੁੰਦੇ ਆ ਟਰੱਕ ਯੂਨੀਅਨ ਵਾਲੇ ਨੇ ਕਿਹਾ ਜੀ ਸਾਡੇ ਤੋਂ 60 ਲੱਖ ਮੰਗ ਰਿਹਾ। ਤੇ ਉਹ ਇਹ ਬੰਦਾ ਗਲਤ ਹੈਗਾ ਜੀ। ਉਹਨਾਂ ਨੇ ਪੈਸੇ ਕਵਰਨ ਤੇ ਆਇਆ ਹੋਇਆ, ਧਮਕੀਆਂ ਮੈਨੂੰ ਦੇਈ ਜਾਂਦਾ ਹੈਗਾ ਸੀ, ਹੁਣ ਵੀ ਧਮਕੀਆਂ ਦੇਈ ਜਾਂਦਾ। ਇਹਦੇ ਬੰਦਿਆਂ ਤੋਂ ਮਿਲਦੀਆਂ। ਇਹਦਾ ਮਤਲਬ ਹੈ ਕਿ ਮੈਂ ਤੈਨੂੰ ਕੋਈ ਪੁੱਠੇ ਕੇਸ 'ਚ ਇਨਵੋਲਵ ਕਰਾਊਂਗਾ। ਤੇ ਜਿਹੜੇ ਪਿੰਡ ਦੇ ਬੰਦੇ ਨੇ ਚੱਕੇ ਹੋਏ ਆ ਜੀ, ਉਹ ਜਾ ਕੇ ਧਮਕੀਆਂ ਦਿੰਦੇ ਨੇ ਕਿ ਤੈਨੂੰ ਚੱਕ ਦਾਂਗੇ, ਸਾਧ ਨੂੰ ਫਲਾਣਾ ਕਰ ਦਾਂਗੇ। ਤੇ ਹਰ ਥਾਂ ਤੋਂ ਇਹ ਟਿਕ ਹੀ ਨਹੀਂ ਰਿਹਾ ਜੀ। ਇੱਕ ਬੰਦਾ ਟੋਟਲ ਕਰਪਟ ਬੰਦਾ ਹੈ। ਨਾਲ ਦੇ ਬੰਦੇ ਨੇ ਜੋੜੇ ਹੋਏ ਜਿਹੜਾ ਸਾਰਾ ਗੁੰਡਾ ਅੰਸਰ ਹੈ ਜੀ। ਕਿ ਤੁਹਾਨੂੰ ਦੱਸਦਾ, ਉੱਥੇ ਇੱਕ 3 ਕਿੱਲੇ ਉਹਦੇ ਕੋਲ ਜ਼ਮੀਨ ਹੈ ਜੀ। ਬੂਟਾ ਸਿੰਘ ਸਨ ਆਫ ਕੀ ਨਾਮ ਉਹਦਾ, ਬੇਅੰਤ ਸਿੰਘ ਜੀ। ਉਹਦਾ ਪੜਦਾਦਾ ਡਾਕੂ ਹੁੰਦਾ ਸੀ, ਜਗੀਰਾ ਡਾਕੂ ਜੀ, ਉਹਨੂੰ ਮਾਰਤਾ। ਇਹਦਾ ਜਿਹੜਾ ਪਿਓ ਹੁੰਦਾ ਸੀ ਅੱਤਵਾਦੀ ਸੀ, ਉਹਨੂੰ ਮਾਰਤਾ ਜੀ। ਉਹ 3 ਕਿੱਲੇ ਤੇ ਉਹ 15-16 ਪਿੰਡਾਂ 'ਚ ਆਪਦੇ ਆੜਤ ਖੋਲ੍ਹੀ ਬੈਠਾ ਜੀ। ਯਾਨੀ ਕਿ ਘੱਟੋ ਘੱਟ 10-10 ਕਰੋੜ ਦੇ ਵੀ ਗਿਣਨੀ ਤਾਂ ਮਤਲਬ 1 ਅਰਬ ਦੀ 100 ਕਰੋੜ ਤੋਂ ਉੱਤੇ ਧੰਦਾ ਕਰੀ ਜਾਂਦਾ। ਉਹਦੀ ਕੋਈ ਇਨਕੁਆਇਰੀ ਹੋ ਰਹੀ ਹੈ ਜੀ। ਮੈਂ ਲਿਖ ਕੇ ਭੇਜਿਆ, ਮੈਂ CM ਸਾਹਿਬ ਨੂੰ ਲਿਖ ਕੇ ਭੇਜਿਆ ਜੀ। ਮੈਂ ਉੱਤੇ ਕੰਪਲੇਂਟ ਕੀਤੀ ਹੈਗੀ, ਇਹ ਸਾਰਾ ਕੁਝ ਹੈ। ਕभी ਵਿਜੀਲੈਂਸ ਵਾਲਿਆਂ ਨੂੰ ਵੀ ਭੇਜਿਆ ਜੀ, ED ਤੇ ਵੀ ਕਿਸੇ ਨੇ ਭੇਜਤੀ ਹੋਣੀ ਹੈ ਕਿ ਇਨਕੁਆਇਰੀ ਕਿਉਂ ਨਹੀਂ ਕਰ ਰਹੇ। ਇਹ ਤਾਂ ਕੋਈ 3 ਕਿੱਲੇ ਵਾਲਾ 1 ਅਰਬ ਦਾ, ਤੁਸੀਂ ਸੋਚੋ ਜੀ, ਆਪਣੇ ਕੋਲ ਕਿਸੇ ਕੋਲ ਹੈ। ਤੇ ਉਹ ਕਹਿਣ ਦਾ ਮਤਲਬ ਇਹਦੇ ਨਾਲੋਂ ਮਿਲਿਆ ਹੋਇਆ ਜੀ। ਇਹਦੀ ਸ਼ਹਿਰ ਤੇ ਹੀ ਉਹਨੇ ਫੋਨ ਕੀਤਾ ਸੀ, ਇਹਦੇ ਤੋਂ ਹੀ ਹੁਣ ਉਹਨੇ ਪੈਸੇ ਕਵਰ ਕਰਨੇ। ਜਿਹੜੇ ਬੰਦੇ ਨੇ ਆਪਦੇ 48 ਕਿੱਲੇ ਵੇਚੇ ਆ ਬਲਕਾਰ ਸਿੰਘ ਸਿੱਧੂ ਨੇ, ਉਹ ਪੈਸੇ ਕਿਹੜੇ ਤੋਂ ਕਿਹੋ ਜਿਹੇ ਬੰਦੇ ਤੋਂ ਕਵਰ ਕੋ, ਇਹਦੇ ਵਰਗੇ ਤੋਂ ਜਾਂ ਸਾਡੀ ਜ਼ਮੀਨਾਂ ਤੋਂ ਜੀ। ਆਹ ਹੈਗਾ ਜੀ ਕੰਟੈਂਪਟ ਆਫ ਕੋਰਟ ਕਰ ਰਿਹਾ ਜੀ ਉਹ। ਜੇ ਕਨਵਰਜਨ ਕਰ ਰਿਹਾ, ਜਦੋਂ ਅਸੀਂ ਜਦੋਂ ਡਿਕਲੇਅਰ ਕਰਤਾ ਵੀ ਇਹ ਸਿੱਖ ਗੁਰਦੁਆਰਾ ਹੈ ਨਹੀਂ, ਸਾਡੀਆਂ ਪੱਗਾਂ ਗ੍ਰੰਥ ਸਾਹਿਬ ਦੇ ਅੱਗੇ ਹੁੰਦੀਆਂ, ਤਾਂ ਉਹ ਤਾਂ ਜਾਂਦੀ ਕਿ ਇੱਕ ਅਲੱਗ-ਅਲੱਗ ਮਤ ਹੁੰਦੇ ਹੈ ਜੀ। ਅਸੀਂ ਨਿਰਮਲੇ ਸਾਧੂ ਅਲੱਗ ਹੈਗੇ ਸੰਤ, ਉਹ ਡਿਕਲੇਅਰ ਹੋ ਚੁੱਕਿਆ। ਇਦੋਂ ਬਾਅਦ ਤਾਂ ਐਕਟ 42 ਆਫ 1991 ਜੀ, ਪਾਰਲੀਮੈਂਟ ਦਾ ਐਕਟ ਹੈਗਾ ਜੀ। ਉਹ ਇਟ ਓਵਰਰਾਈਡਸ ਐਵਰੀਥਿੰਗ। ਤੁਹਾਨੂੰ ਮੈਂ ਦੇ ਵੀ ਦਿੰਦਾ ਜੀ ਕਾਗਜ਼, ਤੁਸੀਂ ਦੇਖ ਵੀ ਲਿਓ। ਫਿਰ ਵੀ ਇਹਨਾਂ ਨੂੰ ਕੋਈ ਡਰ ਨਹੀਂ। ਉਹਦੀ 3 ਸਾਲ ਦੀ ਬਾਮੁਸ਼ੱਕਤ ਕੈਦ ਹੈ ਜੀ। ਜਿਹੜਾ ਬੰਦਾ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ, ਯਾਨੀ ਕਿ ਡੇਰੇ ਤੋਂ ਹੁਣ ਸਿੱਖ ਗੁਰਦੁਆਰਾ ਬਣਾਉਣ ਦੀ ਕੋਸ਼ਿਸ਼ ਕਰਦਾ, 3 ਸਾਲ ਦੀ ਬਾਮੁਸ਼ੱਕਤ ਕੈਦ ਹੈ। ਇਹ ਡਰਦੇ ਕਿਉਂ ਨਹੀਂ ਜੀ? ਡਰਦੇ ਤਾਂ ਨਹੀਂ, ਬਲਕਾਰ ਸਿੰਘ ਸਿੱਧੂ ਦਾ ਸਾਥ ਹੈ ਜੀ। ਉਹਨੂੰ ਕਹਿੰਦਾ ਸਾਡੇ ਦੇ ਖਿਲਾਫ ਅਸੀਂ ਲੈ ਜਾਵਾਂਗੇ, ਕੋਰਟ 'ਚ ਵੀ ਲੈ ਕੇ ਜਾਵਾਂਗੇ, ਇਹੋ ਜਿਹੀ ਗੱਲ ਨਹੀਂ ਹੈਗਾ, ਸਾਰਾ ਕੁਝ ਕਰਾਂਗੇ। ਪਰ ਜਿਹੜੀ ਸਾਡੀ ਕੰਪਲੇਂਟ ਕਰਨ ਜਾ ਰਹੇ ਹਾਂ, ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਹੋ ਸਕਦਾ ਸਰਕਾਰ ਕੋਈ ਹਾਲੇ ਇਨਕੁਆਇਰੀ ਕਰ ਰਹੇ ਹੈਗੇ ਹੈ, ਪਰ ਮੇਰਾ ਮਤਲਬ ਇਹ ਹੈ ਜੀ ਕਿ ਜਿੰਨੀ ਦੇਰ ਉੱਤੋਂ ਸਖਤ ਹਦਾਇਤ ਨਹੀਂ ਜਾਂਦੀ, ਜਿਸ ਵਾਸਤੇ ਅਸੀਂ ਆ ਦਿਖਾਉਣ ਗਏ ਸੀ ਆਪਦਾ ਕਿ ਮੈਮੋਰੰਡਮ ਦੇਣ ਗਏ ਸੀ, ਤੇ ਇਹੋ ਜੀ ਕਮਜ਼ੋਰ ਅਵਸਥਾ ਹੋ ਰੱਖੀ ਹੈ ਸਰਕਾਰ ਦੀ ਕਿ ਇੱਕ ਬੰਦਾ ਰਿਸੀਵ ਕਰਨ ਵਾਸਤੇ ਸਾਨੂੰ ASI ਤੇ ਕੋਈ ਥਾਣੇਦਾਰ ਹੀ ਮੋੜ ਰਿਹਾ ਜੀ। ਉਹ ਮੈਂ ਕਿਹਾ ਜੀ ਇੱਕ ਬੰਦਾ ਤਾਂ ਮਿਲਾ ਦਿਓ, ਕੋਈ ਭਾਵੇਂ PV ਨੂੰ ਦੇ ਦਿਓ। ਅਸੀਂ CM ਸਾਹਿਬ ਨੂੰ ਹਲੇ ਮਿਲਣਾ ਨਹੀਂ ਚਾਹੁੰਦੇ। ਆਪਦੀ ਕਨਵੀਨੀਅੰਸ ਦੇ ਹਿਸਾਬ 'ਚ ਸਾਨੂੰ CM ਸਾਹਿਬ ਜਦੋਂ ਵੀ ਟਾਈਮ ਦੇਣਾ ਚਾਹਾਂਗੇ ਲੈ ਲਾਂਗੇ, ਕੋਈ ਗੱਲ ਨਹੀਂ। ਇੱਕ ਮੈਮੋਰੈਂਡਮ ਤਾਂ ਰਿਸੀਵ ਕਰ ਲਓ। ਕਹਿੰਦਾ ਜੀ ਬੰਦਾ ਹੀ ਹੈ ਨਹੀਂ ਕੋਈ, ਕਹਿੰਦਾ ਅੱਜ ਛੁੱਟੀ ਹੈ ਕਿ ਬੰਦਾ ਹੀ ਹੈ ਨਹੀਂ। ਮੈਂ ਕਿਹਾ ਪਹਿਲੀ ਗੱਲ ਸੁਣਿਆ ਕਿ ਪੰਜਾਬ ਦੀ ਸਰਕਾਰ ਨੂੰ ਫਿਰ ਸਾਂਭ ਕੌਣ ਰਿਹਾ? ਇੱਕ ਬੰਦਾ ਉੱਥੇ ਕੋਈ ਰਿਸੀਵ ਕਰਨ ਵਾਸਤੇ ਹੈ ਨਹੀਂ। ਕਈ ਬੰਦੇ ਅੰਦਰ ਜਾਈ ਜਾਂਦੇ ਸੀ ਜੀ, ਇਹੋ ਜਿਹੀ ਗੱਲ ਨਹੀਂ ਹੈਗੀ ਹੈ। ਅਸੀਂ ਤਾਂ ਸਿਰਫ ਮੈਮੋਰੈਂਡਮ ਦੇਣ ਗਏ ਜੀ ਕਿ ਕਾਗਜ਼ ਫੜ ਲਓ ਤੇ ਸਹੀ ਥਾਂ ਤੇ ਪਹੁੰਚਾ ਦਿਓ, ਯਾਨੀ ਕਿ CM ਸਾਹਿਬ ਕੋਲ ਪਹੁੰਚਾ ਦਿਓ। ਹੁਣ ਇਹਨੂੰ ਰਜਿਸਟਰ ਕਰਾ ਕੇ ਭੇਜਾਂਗੇ ਜੀ, ਰਜਿਸਟਰੀ ਕਰਕੇ। ਕਾਗਜ਼ ਨਹੀਂ ਲਏ ਜੀ। ਤਰੀਕੇ ਨਾਲ CM ਦਫ਼ਤਰ ਵਿੱਚ ਤੁਹਾਨੂੰ CM ਹਾਊਸ ਵਿੱਚ ਵੜਨ ਨਹੀਂ ਦਿੱਤਾ ਜਾਂ ਤੁਹਾਨੂੰ ਕੋਈ ਅਟੈਂਡ ਕਰਨ ਨਹੀਂ ਆਇਆ, ਤਾਂ ਤੁਸੀਂ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਹੋਈ ਹੈ, ਤਾਂ ਤੁਸੀਂ ਕੀ ਸਮਝਦੇ ਆ ਕਿ ਇਸ CM ਤੋਂ ਤੁਹਾਨੂੰ ਇਨਸਾਫ ਮਿਲ ਜਾਏਗਾ ਕਿ ਨਹੀਂ? ਦੇਖੋ ਜੀ, ਮੇਰੇ ਹਿਸਾਬ ਤਾਂ ਇਹਨਾਂ ਨੂੰ ਇਨਐਕਸਪੀਰੀਅੰਸ ਹੈ ਜੀ, ਕਿ ਇਹਨਾਂ ਨੂੰ ਉਹ ਹਲੇ ਐਡਮਿਨਿਸਟ੍ਰੇਸ਼ਨ ਦੀ ਗੱਲ ਜੀ ਸਮਝ ਨਹੀਂ ਆਈ। ਇਸ ਦੇਖੋ ਬਾਦਲ ਸਾਹਿਬ ਦੇ ਜਾਂ ਅਕਾਲੀ ਦਲ ਦੇ ਕੋਈ ਅਸੀਂ ਹਮਾਇਤੀ ਹੈ ਨਹੀਂ ਗੇ। ਮੇਰੀ ਤਾਂ ਉਹਨਾਂ ਨੇ ਹੈ ਨਹੀਂ। ਸਤਿ ਸ੍ਰੀ ਅਕਾਲ ਮਸਾਂ ਜੀ ਹੈ ਪਿੰਡਾਂ ਦੇ, ਮੈਂ ਲੰਬੀ ਹਲਕਾ ਮੇਰਾ ਜੀ, ਅਤੇ ਮਸਾਂ ਜੀ ਸਤਿ ਸ੍ਰੀ ਅਕਾਲ ਹੈਗੀ ਹੈ। ਫਿਰ ਵੀ ਉਹਨਾਂ ਦੇ ਬੰਦੇ ਹੁੰਦੇ ਸੀ ਜੀ। ਇਹਨਾਂ ਦਾ ਕੋਈ ਬੰਦਾ ਐਂ ਕਿਵੇਂ ਕਹਿ ਸਕਦਾ ਨਹੀਂ ਛੁੱਟੀ ਹੈ ਜੀ? ਮੈਂ ਕਿਹਾ ਜੀ ਕੋਈ ਗੱਲ ਨਹੀਂ, ਇੱਕ ਛੋਟਾ ਮੋਟਾ ਮੈਨੂੰ PA ਹੀ ਦੇ ਦੇ ਜੀ, PA ਨੂੰ ਮੈਂ ਦੇ ਦਿੰਦਾ ਸਹੀ ਥਾਂ 'ਤੇ ਪਹੁੰਚਾ। ਕਹਿੰਦਾ ਜੀ ਨਹੀਂ ਉਹ ਤਾਂ ਹਮ ਹੈ ਨਹੀਂ ਜੀ, ਕਹਿੰਦਾ ਅੰਦਰ ਹੀ ਹੈ ਨਹੀਂ। ਕਹਿੰਦਾ ਮੈਂ ਕਿਹਾ ਇੱਕ ਵੀ ਹੈ ਨਹੀਂ, ਕਹਿੰਦਾ ਅੰਦਰ ਹੀ ਹੈ ਨਹੀਂ, ਕੋਈ ਹੈ ਨਹੀਂ ਜੀ। ਤੇ ਆਪ ਹੀ ਮੈਂ ਕਿਹਾ ਤੁਸੀਂ ਫੜ ਲਓ, ਕਹਿੰਦੇ ਇਸ ਤਾਂ ਸਿਕਿਉਰਿਟੀ 'ਚ। ਮੈਂ ਕਿਹਾ ਫਿਰ ਤੁਸੀਂ ਮੈਨੂੰ ਅੰਦਰ ਕਿਸੇ ਵੱਡੇ ਅਫਸਰ ਨਾਲ ਗੱਲ ਕਰਾ ਦਿਓ। ਨਾ ਗੱਲ ਕਰਾਉਣ ਜੀ, ਨਾ ਫੜਨ ਜੀ, ਨਾ ਫੜਾਉਣ ਦੇਣ ਜੀ। ਹੁਣ ਫਿਰ ਇਹ ਤਾਂ ਫਿਰ ਉਮੀਦ ਦੇਖੋ ਕਿੱਥੇ ਤੱਕ ਕਰ ਸਕਦੇ ਆ, ਤਾਂ ਆਪਾਂ ਨੂੰ ਸਮਝ ਆ ਹੀ ਰਹੀ ਹੈ। ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਤਾਂ ਫੇਲ ਹੋ ਰਹੀ ਹੈ ਜੀ।
ਤੁਸੀਂ ਆਪਦੇ ਐਡਮਿਨਿਸਟ੍ਰੇਸ਼ਨ ਦੇ ਹਿਸਾਬ 'ਚ ਇਹੋ ਜਿਹੇ ਬੰਦੇ ਰੱਖ ਰੱਖਿਆ ਉੱਥੇ, ਜਿਹੜਾ ਉਹਨੂੰ ਘੱਟੋ ਘੱਟ ਇੱਕ ਅੱਧਾ ਬੰਦਾ ਤਾਂ ਹੋਣਾ ਚਾਹੀਦਾ ਰਿਸੀਵ ਕਰਨ ਵਾਸਤੇ। ਕੁਝ ਵੀ ਜੀ, ਕੱਲ ਕੋਈ ਆਪਤਾ ਆ ਜਾਏ ਜੀ, ਮੈਂ ਵੈਸੇ ਹੀ ਫਰਿਆਦੀ ਹੋਵਾਂ ਜੀ। ਅਸੀਂ ਤਾਂ ਫਰਿਆਦੀ ਵੀ ਨਹੀਂ ਸੀ, ਅਸੀਂ ਤਾਂ ਸਿਰਫ ਮੈਮੋਰੈਂਡਮ ਆ ਲਓ ਜੀ ਕਿ ਤੁਹਾਨੂੰ ਰਿਮਾਈਂਡਰ ਭੇਜਦੇ, ਤੁਹਾਨੂੰ ਈਮੇਲ ਭੇਜੀ ਸੀ ਕਿ ਦੀ ਆਹ ਚੀਜ਼ਾਂ ਸਾਡੇ ਨਾਲ ਗਲਤ ਹੋ ਰਿਹਾ, ਬਲਕਾਰ ਸਿੰਘ ਸਿੱਧੂ ਸਾਡੇ ਨਾਲ ਗਲਤ ਕਰ ਰਿਹਾ ਤੇ ਬੰਦੇ, ਪਿੰਡ ਦੇ ਬੰਦੇ ਸਾਨੂੰ ਧਮਕੀਆਂ ਦਿੰਦੇ ਆ। ਦੂਜੀ ਮੇਰਾ ਇੱਕ ਡੇਰਾ ਤੇ ਪਟਿਆਲੇ ਵੀ ਹੈਗਾ, ਉੱਥੋਂ ਵੀ ਧਮਕੀਆਂ ਮਿਲਦੀਆਂ ਜਾਨ ਮਾਲ ਦੀਆਂ। ਮੇਰਾ ਪਿੰਡ ਲੰਬੀ ਹੈਗਾ ਜੀ, ਉੱਥੇ ਬੈਠੇ ਸਾਡੀ ਪਈ ਦੱਬਣ ਲੱਗੇ ਸੀ ਮੇਰੀ ਜੀ, ਉੱਥੋਂ ਧਮਕੀਆਂ ਮਿਲਦੀਆਂ। ਮੈਨੂੰ ਤਾਂ ਸਾਰੇ ਹੀ ਮਾਰਨ ਤੇ ਆਏ ਹੋਏ, ਨਾ ਕੋਈ ਸਿਕਿਉਰਿਟੀ ਮਿਲ ਰਹੀ ਹੈ ਜੀ, ਨਾ ਕੋਈ ਸੁਣਵਾਈ ਕਰ ਰਿਹਾ ਜੀ। ਹੁਣ ਜੇ ਅੱਜ ਗਏ ਸੀ ਤਾਂ ਕਹਿੰਦਾ ਇੱਕ ਬੰਦਾ, ਮੈਂ ਕਿਹਾ ਜੀ ਇੱਕ ਬੰਦਾ ਤਾਂ ਹੋਊ, ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਮੈਂ ਕੈਪਟਨ ਸਰਕਾਰ ਦੇ ਟਾਈਮ ਮੈਂ ਕਿਹਾ ਮੈਂ 3 ਵਾਰੀ ਗਿਆ, ਇਹ ਨਹੀਂ ਹੋ ਸਕਦਾ। ਮੈਂ ਜਦੋਂ ਅਕਾਲੀ ਸਰਕਾਰ ਸੀ ਮੈਂ 100 ਵਾਰੀ ਮਿਲਦਾ ਸੀ। ਬੰਦੇ ਤਾਂ ਦੇਖਦੇ, ਤਾਂ ਬਿਹੇਵੀਅਰ ਤਾਂ ਦੇਖਦੇ ਆ ਨਾ ਜੀ। ਕੋਈ ਤਾਂ ਰਸੀਵ, ਤੁਸੀਂ ਮੰਨ ਲਓ ਤੁਸੀਂ ਗਏ ਜੀ, ਇੱਕ ਬੰਦਾ ਕਹਿੰਦਾ ਜੀ ਬੰਦਾ ਹੀ ਹੈ ਨਹੀਂ, ਆਹ ਗਿਆ ਜੀ ਬੰਦਾ ਹੀ ਹੈ ਨਹੀਂ। ਮੈਂ ਕਿਹਾ ਕੋਈ ਤਾਂ ਹੋਊ, ਪੀਏ ਹੋਊ, ਪੀਏ ਨਹੀਂ ਤਾਂ ਕੋਈ ਆਫਿਸ ਦਾ ਬੰਦਾ। ਉਹ ਕਹਿੰਦਾ ਜੀ ਕੋਈ ਹੈ ਨਹੀਂ, ਆਹ ਜਵਾਬ ਦਿੱਤਾ ਜੀ। ਦੂਜੀ ਗੱਲ, ਤੁਸੀਂ ਇਹ ਤੁਹਾਡਾ ਜ਼ਮੀਨ ਦਾ ਮਸਲਾ ਹੈ, ਉਹ ਤੁਹਾਡੇ ਨਾਲ ਹੋ ਚੁੱਕੀ ਹੈ ਜੀ? ਉਹ ਜੀ ਉਹ ਵੀ ਨਹੀਂ ਕਰ ਰਹੇ, ਉਹ ਵੀ ਦਿੱਤੀ ਹੈ। ਤੁਸੀਂ ਉਸ ਬਾਰੇ ਰੈਵਨਿਊ ਮਿਨਿਸਟਰ ਨੂੰ ਕਦੇ ਮਿਲੇ ਆ? ਰੈਵਨਿਊ ਨਹੀਂ ਮਿਲਿਆ ਜੀ, ਅਸੀਂ ਉੱਥੇ ਡੀਸੀ ਦੇ ਉੱਥੇ ਪਾਈ ਹੈ ਜੀ ਕਿ ਫਰਦ ਬਦਰ ਵਾਸਤੇ। ਇਹ ਪਹਿਲੇ ਵੀ ਕੋਸ਼ਿਸ਼ ਕੀਤੀ ਸੀ, ਦੇਖੋ 11 ਦਾ ਕੇਸ ਆ, ਉਦੋਂ ਕਰਦੇ ਬਾਦਲ ਦੇ ਟਾਈਮ ਹੀ ਉਦੋਂ ਵੀ ਖਾ ਗਏ ਜੀ ਇਹ ਜਿਹੜੇ ਪਟਵਾਰੀ ਤੇ ਜਾਂ ਤਹਿਸੀਲਦਾਰ ਹੁੰਦੇ ਜੀ, ਪੈਸੇ ਖਾ ਕੇ ਗਲਤੀ ਲਿਖਦੇ ਆ। ਉਹ 'ਚ ਇੱਕ ਤਾਂ ਲਿਖਦਾ ਕਹਿੰਦਾ ਮਹੰਤੀ ਦਾ ਰੌਲਾ, ਉਹ ਭਾਈ ਰੌਲਾ ਕਾਹਦਾ, ਸਾਡੀ ਤਾਂ 1965 ਦੀ ਮੁੱਕੀ ਵੀ ਹੈ, ਝੂਠ ਮੂਠੀ ਕਹਿੰਦਾ ਜੀ। ਫਿਰ ਲਿਖਤਾ ਜੀ ਕਿਤੇ ਵੀ ਇਹ ਤਾਂ ਕਹਿੰਦਾ ਕਾਗਜ਼ ਹੀ ਨਹੀਂ ਉਹ, ਯਾਨੀ ਕਿ ਜਿਹਦੇ ਤੇ ਕੇਸ ਲੜਿਆ ਗਿਆ ਉਹ ਭਾਈ ਐਂਟਰੀ ਹੋਈ ਹੁੰਦੀ ਹੈ ਉੱਥੇ, ਜਿੱਥੋਂ ਆਪਾਂ ਕੇਸ ਲੜਦੇ ਆ ਜੀ ਉਹਦੇ ਤੇ ਜ਼ਮੀਨ ਦੇ ਨੰਬਰ ਪਏ ਹੁੰਦੇ ਹੈਗੇ। ਤਾਂ ਇੰਨੇ ਤੁਹਾਡੇ ਨਾਂ ਕੀਤੀ ਨਹੀਂ ਆਉਂਦੇ ਨਾ, ਕਬਜ਼ਾ ਵੀ ਸਾਡਾ ਜੀ, ਉਹ ਇੱਕ ਦੂਜੀ ਥਾਂ ਤੇ ਇੱਥੇ ਇਹਦੀ 12 ਕਿੱਲੇ ਤਾਂ ਹੈ ਹੀ ਹੈ ਜੀ, 24 ਤਾਂ ਉਹਦੇ ਅੰਦਰ ਵੜੀ ਜਾਂਦੇ ਆ ਜੀ। ਜੋ ਜਾਂਦੇ ਆ ਮਾਰਨ ਦੀ ਧਮਕੀਆਂ ਦੇਈ ਜਾਂਦੇ ਜੀ, ਮੈਨੂੰ ਤਾਂ ਹੱਥ ਦੇਈ ਜਾਂਦੇ। ਮੈਂ ਕਿਹਾ ਮੇਰਾ ਛੱਡਿਆ ਕੀ, ਮੇਰੀ ਇਨਕੁਆਇਰੀ ਲੈਣਾ CID ਦਾ ਇਹ ਕਹਿੰਦਾ ਜੀ ਤੁਹਾਨੂੰ ਅੱਤਵਾਦੀ। ਮੈਂ ਕਿਹਾ ਅੱਤਵਾਦੀਆਂ ਤੋਂ ਮਿਲਦਾ ਜੀ ਧਮਕੀ, ਕਹਿੰਦਾ ਬਦਮਾਸ਼ਾ ਮੈਂ ਕ੍ਰਿਮੀਨਲ ਤੋਂ ਮਿਲਦਾ ਜੀ, ਭੂ ਮਾਫੀਆ ਤੋਂ ਮਿਲਦਾ ਜੀ, ਆਮ ਬੰਦਾ ਤੋਂ ਮਿਲਦਾ। ਮੈਂ ਕਿਹਾ ਦੱਸੋ ਤਾਂ ਅਸੀਂ ਕਿਹਦੇ ਤੋਂ ਨਹੀਂ ਮਿਲ ਰਿਹਾ? ਕੱਲ ਸਾਡੇ ਵਰਗੇ ਨੂੰ ਮਾਰ ਕੇ ਮੈਂ ਮਹਾਮੰਡਲੇਸ਼ਵਰ ਹਾਂ ਜੀ, ਇਹ ਕਹਿਣ ਦੀ ਗੱਲ ਹੈ ਸਾਨੂੰ। ਮੈਂ ਉੱਥੋਂ ਮਹਾਮੰਡਲੇਸ਼ਵਰ ਤੁਹਾਡੇ ਪੇਸ਼ ਹੋਇਆ, ਮਹਾਮੰਡਲੇਸ਼ਵਰ ਜੀ ਸਾਰੇ ਸਿੱਖ ਤਖਤਾਂ ਦੇ ਬਰਾਬਰ ਦਾ ਹੁੰਦਾ ਜੀ। ਮੈਂ ਗਿਆ ਤਾਂ ਬਿਹੇਵੀਅਰ ਦੇਖੋ ਜੀ ਉੱਥੇ ਕੀ ਹੈ ਸਿਕਿਉਰਿਟੀ ਦਾ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਮਿਲਣਾ ਵੀ ਨਹੀਂ ਚਾਹੁੰਦਾ, ਸਿਰਫ ਮੈਮੋਰੈਂਡਮ ਲੈ ਲਓ। ਉਹ ਵੀ ਨਹੀਂ ਫੜਿਆ, ਕਹਿੰਦੀ ਅਸੀਂ ਨਹੀਂ ਫੜ ਸਕਦੇ। ਮੈਂ ਕਿਹਾ ਤੁਸੀਂ ਨਹੀਂ ਫੜ ਸਕਦੇ, ਇੱਕ ਬੰਦਾ ਤਾਂ ਮਿਲਾ ਦਿਓ ਕਿ ਜਾਂ ਤਾਂ ਦੇਖੋ ਮੈਂ ਉੱਥੇ ਜਾ ਕੇ ਪੇਸ਼ ਹੋ ਰਿਹਾ, ਇੱਥੇ ਕੋਈ ਤਖਤਾਂ ਦਾ ਜਥੇਦਾਰ ਆਇਆ ਜੀ ਕੋਈ, ਤਾਂ ਉਹਨਾਂ ਨੂੰ ਤਾਂ ਭੱਜ ਕੇ ਸਿਕਿਉਰਟੀਆਂ ਦੇਈ ਜਾਂਦੇ ਹੋ, ਖੋਹਨੇ ਆ ਤਾਂ ਮੁੜ ਕੇ ਮੋਕ ਫਰੀ ਜਾਂਦੇ ਹੋ, ਦੁਬਾਰਾ ਫਿਰ ਤੁਸੀਂ ਦੇਣ ਨੂੰ ਫਿਰਦੇ ਹੋ। ਹੁਣ ਤਾਂ Z ਸਿਕਿਉਰਟੀ ਦੇਤੀ ਉਹਨਾਂ ਨੂੰ, ਵੱਡਿਆਂ ਵਾਲਿਆਂ ਨੂੰ। ਫੈਸਲੇ ਦੀ ਐਗਜ਼ੀਕਿਊਸ਼ਨ ਕਰਾਈ ਹੈ ਤੇ ਜਾਂ ਜੋ ਫੈਸਲਾ ਲਾਗੂ ਨਹੀਂ ਹੋ ਰਿਹਾ ਉਹਦੀ ਕੰਟੈਂਪਟ ਦਾ ਕੋਈ, ਉਹ ਹੁਣ ਕਰਾਂਗੇ ਜੀ, ਹੁਣ ਸਾਰਾ ਕੁਝ ਕਰਾਂਗੇ, ਇੰਪਲੀਮੈਂਟੇਸ਼ਨ ਵੀ ਪਾਵਾਂਗੇ। ਕਿਉਂਕਿ ਅਸੀਂ ਸਾਡਾ ਦੇਖੋ ਜੀ ਕੀ ਸੀ, ਸਾਨੂੰ ਸੀ ਕਿ ਨਾ ਪਹਿਲੇ ਨਾ ਫਰਦਬੱਦ ਕਰ ਲਈ, ਨਾ ਚੰਗੀ ਤਰ੍ਹਾਂ ਚੜਾ ਦਈਏ। ਉਹ ਇੰਪਲੀਮੈਂਟੇਸ਼ਨ ਹੀ ਨਹੀਂ ਕਰ ਰਹੇ। ਪਹਿਲੇ ਪੈਸੇ ਖਾਂਦੇ ਰਹੇ ਸੀ, ਅੱਜ ਕੱਲ੍ਹ ਚੰਗਾ ਜੀ ਸਰਕਾਰ ਤੋਂ ਦੇਖੋ ਜੋ ਬਾਦਲ ਸਰਕਾਰ ਨੇ, ਇਹਨਾਂ ਨਾਲ ਮੇਰਾ ਹਿਸਾਬ ਕਿਤਾਬ ਵਿਗੜ ਗਿਆ ਸੀ। ਮੈਂ ਲੰਬੀ ਹਲਕੇ ਦਾ ਜੀ, ਤੇ ਉਹ ਮੈਂ 5 ਸਾਲ ਛੇੜਿਆ ਨਹੀਂ ਜੀ। ਮੁੜ ਕੇ ਕੈਪਟਨ ਸਰਕਾਰ ਦੇ ਟਾਈਮ ਮੈਂ ਕੋਸ਼ਿਸ਼ ਕੀਤੀ, ਉੱਥੇ ਵੀ ਇਹਨਾਂ ਨੇ ਪੈਸੇ ਪੂਸੇ ਖਵਾਤੇ ਜੀ ਸਾਰੇ ਜਿਹੜੇ। ਵੀ ਤੁਹਾਡਾ ਸਾਥ ਨਹੀਂ ਦਿੰਦਾ ਹੈ ਜੀ, ਗੁਰਮੀਤ ਸਿੰਘ ਖੁੱਡੀਆਂ ਵੀ ਸਾਥ ਨਹੀਂ ਦਿੰਦੇ। ਨਹੀਂ ਖੁੱਡੀਆਂ ਜੀ ਦੇਖੋ ਰਿਸ਼ਤੇਦਾਰੀ ਵੀ ਪੈਂਦੀ, ਚੁੱਪ ਕਰ ਗਿਆ ਜੀ। ਉਧਰ ਤਾਂ ਹੈ ਹੀ ਨਹੀਂ ਜੀ, ਉੱਧਰ ਮੈਂ ਉੱਥੇ ਮੇਰਾ ਪਹੀ ਦਾ ਕੇਸ ਹੈਗਾ 506, ਮੈਂ FIR ਕਰਾਈ ਵੀ ਹੈ। ਉਹ ਚੁੱਪ ਕਰ ਗਏ ਜੀ ਜਿਹੜੇ ਵਿੱਚ ਗਏ, ਮੈਂ ਫਿਰ ਮਿਲਿਆ ਨਹੀਂ ਜੀ। ਤੇ ਮੈਂ ਸਿੱਧਾ ਜਾ ਕੇ CMO ਸਾਹਿਬ ਨੂੰ ਕੰਪਲੇਂਟ ਕੀਤੀ, ਪ੍ਰਾਈਮ ਮਿਨਿਸਟਰ ਨੂੰ ਕੀਤੀ ਜੀ। ਫਿਰ ਜਾ ਕੇ SPD ਤੋਂ ਲਵਾਤੀ ਜੀ, ਉੱਥੇ ਹੀ ਪੈਸੇ ਖਾ ਕੇ DSPD ਗਲਤ ਦੇ ਗਿਆ, ਕਹਿੰਦਾ ਜੀ ਸਾਨੂੰ ਤਾਂ ਇਹਨੇ ਧਮਕੀ ਨਹੀਂ ਦਿੱਤੀ ਸੀ। ਮੈਂ ਕਿਹਾ ਭਾਈ ਸਾਡਾ ਇੱਕ ਬੰਦਾ ਉੱਥੇ ਸੀ, ਬਾਕੀ ਧਮਕੀਆਂ ਦੇਣ ਨਾਲ ਬੰਦੂਕਾਂ ਵਾਲੇ ਸੀਗੇ, ਪਿੰਡ ਦਾ ਤਾਂ ਕੋਈ ਬੰਦਾ ਹੀ ਨਹੀਂ ਸੀ। ਤੂੰ ਕਿਵੇਂ ਜੱਜਮੈਂਟ ਦੇਈ ਜਾਂਦਾ ਕਿ ਜੀ ਉੱਥੇ ਇਹ ਤਾਂ ਸਾਬਤ ਨਹੀਂ ਹੁੰਦਾ ਜੀ, ਜਦੋਂ ਬੰਦਾ ਹੀ ਕੋਈ ਨਹੀਂ ਸੀ। ਇੱਕ ਮੇਰਾ ਇੱਕ ਬੰਦਾ ਜੀ, ਮੈਂ ਇੱਥੇ ਬੈਠਾ ਪਟਿਆਲੇ ਜੀ। ਤੇ ਉਵੇਂ ਜਿਹੜੀ ਖੁੱਡੀਆਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਕੋਈ ਨਾਰਾਜ਼ਗੀ ਕੁਛ ਨਹੀਂ ਹੈ, ਲੇਕਿਨ ਉਹ ਚੁੱਪੀ ਸਾਧ ਕੇ ਬਹਿ ਗਿਆ ਜੀ ਆਪਦਾ। ਮੇਰੀ ਰਿਸ਼ਤੇਦਾਰੀ 'ਚ ਪੈਂਦਾ, ਹੁਣ ਪਤਾ ਨਹੀਂ ਉਹਨਾਂ ਨੇ ਗੱਲ ਪਹੁੰਚਾਈ ਕਿ ਨਹੀਂ ਪਹੁੰਚਾਈ। ਮੈਨੂੰ ਤਾਂ ਕਹਿੰਦੇ ਪਹੁੰਚਾ ਦਾਂਗੇ, ਇਹ ਬਾਬਾ ਜੀ ਦੀ ਇਹ ਗੱਲ ਹੈਗੀ ਹੈ। ਫਿਰ ਮੈਨੂੰ ਕਿਸੇ ਮੇਰੇ ਮਿੱਤਰ ਨੇ ਦੱਸਿਆ, ਕਹਿੰਦਾ ਜੀ ਕਿ ਤੁਸੀਂ ਸਿੱਧੇ ਹੀ ਜਾਓ, SSP ਸਾਹਿਬ ਠੀਕ ਹੈਗੇ। SSP ਸਾਹਿਬ ਕੋਲ ਗਿਆ ਜੀ, ਪ੍ਰਾਈਮ ਮਿਨਿਸਟਰ ਦੀ ਚਿੱਠੀ ਦੇ ਉਹਨਾਂ ਨੂੰ ਗਿਆ। ਤਾਂ ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਘੱਟੋ ਘੱਟ ਇਹਨਾਂ ਦੀ ਬੰਦੂਕਾਂ ਤਾਂ ਜ਼ਬਤ ਕਰੋ। ਉਹ ਕਹਿੰਦੇ ਜੀ ਕਿ ਇੱਥੇ ਸਾਰੀ ਬੰਦੂਕਾਂ ਲੈ ਕੇ ਤੁਰਦੇ। ਮੈਂ ਕਿਹਾ ਜੀ ਕੋਈ ਧਮਕੀ ਤਾਂ ਨਹੀਂ ਦਿੰਦਾ, ਇਹ ਧਮਕੀ ਦੇ ਕੇ। ਮੈਂ ਕਿਹਾ ਕਿ ਕਹਿੰਦੇ ਨਹੀਂ ਆਪ ਜਾਈਏ, ਆਪਕੋ ਕੁਝ ਨਹੀਂ ਹੋਗਾ। ਮੈਂ ਕਿਹਾ ਜੀ ਮੈਂ ਨਹੀਂ ਜਾਂਦਾ, ਆਈ ਐਮ ਨਾਟ, ਮੈਂ ਅੰਗਰੇਜ਼ੀ ਚੱਲ ਰਹੀ ਸੀ। ਮੈਂ ਕਿਹਾ ਆਈ ਐਮ ਨਾਟ ਗੋਇੰਗ ਟੂ ਗੋ, ਯੂ ਆਰ ਸਿਟਿੰਗ ਹੈ ਐਂਡ ਯੂ ਆਰ ਸੈਂਡਿੰਗ ਮੀ ਦੇ। ਮੈਂ ਕਿਹਾ ਮੁੜ ਕੇ ਉੱਥੇ ਗੋਲੀ ਮਾਰਦੇ ਮੈਨੂੰ। ਮੈਂ ਕਿਹਾ ਮੈਂ ਨਹੀਂ ਜਾਂਦਾ ਜੀ। ਸੋ ਇਹਦਾ ਜਿੰਨੇ ਮਰਜ਼ੀ ਵਫਾਦਾਰ ਹੋਈਏ ਆਪਾਂ ਜਾਂ ਚੰਗੇ ਅਫਸਰ ਹੋਈਏ, ਜੇ ਤੁਸੀਂ ਇਹੋ ਜੀ ਸਾਨੂੰ ਢਿੱਲ-ਮਿੱਠ ਕਹੋਗੇ ਜਾਓ ਜੀ ਕੋਈ ਨਹੀਂ ਮਾਰਦਾ, ਉੱਥੇ ਬੰਦੇ ਮਾਰ ਦੇਣ। ਉਹ ਬੰਦੂਕ ਚੱਕਦੇ ਦੀ ਅਸੀਂ ਉਹਦੀ ਵੀਡੀਓ ਬਣਾ ਕੇ ਭੇਜੀ ਹੈ ਜੀ, ਕੋਰਟ 'ਚ ਲੱਗੀ ਵੀ ਹੈ। ਟ੍ਰੈਸਪਾਸ ਕੀਤਾ ਸੀ ਉਹਨਾਂ ਨੇ, ਉਹਨੂੰ ਅਸੀਂ ਕੰਟੈਂਪਟ ਆਫ ਕੋਰਟ ਵੀ ਲਾ ਰੱਖੀ ਹੈ। ਆਹ ਵੀ ਕੰਟੈਂਪਟ ਆਫ ਕੋਰਟ ਤੇ ਜਿਹੜਾ ਐਕਟ 42 ਆਫ 1991, ਇਹ ਬਲਕਾਰ ਸਿੱਧੂ ਤੇ ਵੀ ਉਹਨਾਂ ਬਣਦਾ ਜੀ, ਪਿੰਡ ਦੇ ਬੰਦਿਆਂ ਤੇ ਵੀ ਉਹਨਾਂ ਬਣਦਾ ਜੀ। ਤੇ ਜੇ ਕੋਈ ਸਰਕਾਰੀ ਅਫਸਰ ਇਹਨਾਂ ਦਾ ਸਾਥ ਦਿੰਦਾ ਤਾਂ ਉਹਦੇ ਤੇ ਵੀ ਉਹਨਾਂ ਬਣਦਾ। 3 ਸਾਲ ਬਾਮੁਸ਼ੱਕਤ ਕੈਦ ਹੈ ਜੀ ਇਹਦੀ। ਕਿ ਬਲਕਾਰ ਸਿੱਧੂ ਦੀ ਕੀ ਭੂਮਿਕਾ? ਇੱਕ ਤਾਂ ਤੁਹਾਨੂੰ ਫੋਨ ਤੇ ਸਮਝਾਇਆ, ਉਹਦੀ ਕਿੰਨੀ ਕੁ ਭੂਮਿਕਾ, ਮਤਲਬ ਉਹਨਾਂ ਨਾਲ ਕਿੰਨਾ ਕੁ ਮਿਲਿਆ ਹੋਇਆ ਜਾਂ ਕੀ ਲਾਲਚ ਹੈ?
ਦੇਖੋ ਜੀ, ਆਮ ਆਦਮੀ ਪਾਰਟੀ ਵਾਲੇ ਬੰਦੇ ਤਾਂ ਪਿੱਛੇ ਲੁਕੀ ਫਿਰਦੇ ਹੈਗੇ, ਪਰ ਜੇ ਉਹਨਾਂ ਦੀ ਭੂਮਿਕਾ ਉਹ ਅਫਸਰਾਂ ਦਾ ਕੰਮ ਹੋਣ ਨਹੀਂ ਦਿੱਤਾ ਜੀ, ਉਹਨੇ ਬੋਲਤਾ। ਮੈਨੂੰ ਵੀ ਤਾਂ ਤੁਸੀਂ ਸੁਣੀ ਹੈ ਬਹੁਤ ਧਿਆਨ ਨਾਲ ਤਰੀਕੇ ਨਾਲ, ਇਹਨੇ ਉਹਨਾਂ ਨੂੰ ਪੂਰੀ ਸ਼ਹਿ ਦੇ ਰੱਖੀ ਹੈ ਕਿ ਤੁਸੀਂ ਚੱਕ ਦਿਓ ਫੱਟੇ, ਜੇ ਕੋਈ ਆਉਂਦਾ ਤਾਂ ਬਸ ਕੋਈ ਗੱਲ ਨਹੀਂ, ਰੌਲਾ ਰੂਲਾ ਪਾ ਕੇ ਸਾਧ ਨੂੰ ਚੱਕ ਦਿਓ, ਚੇਪ ਦਿਓ। ਹੁਣ ਇਹੋ ਜੀ ਸਾਡੇ ਕੋਲ ਤਾਂ ਖਬਰ ਆਉਂਦੀ ਰਹਿੰਦੀ ਹੈ ਜੀ, ਆਹ ਬੈਠੇ ਸਾਡੀ ਜ਼ਮੀਨ ਵਾਲੇ ਤੇ ਇਹਨਾਂ ਦੇ ਉੱਤੇ ਇਹ ਇਕੱਲਾ ਬੰਦਾ ਸਾਡੀ ਵਾਹ ਗਿਆ ਹੈ ਜੀ ਜ਼ਮੀਨ, ਇਹਦੇ ਉੱਤੇ ਉਹ 15-16 ਟਰੈਕਟਰ ਲੈ ਕੇ ਵੇਚ ਕਰਕੇ ਆ ਜੀ। ਸਰਕਾਰ ਕੀ ਕਰ ਰਹੀ? ਕੁਛ ਨਹੀਂ ਜੀ, ਚੁੱਪ ਕਰਕੇ, ਪੁਲਿਸ ਵਾਲੇ ਵੀ ਚੁੱਪ ਕਰਕੇ ਜੀ। ਇਹਦੇ ਵੀ ਕੋਈ ਝੂਠਾ ਪਰਚਾ ਪਾ ਕੇ ਅੰਦਰ ਕਰ ਸਕਦੇ ਆ ਜੀ, ਇਹਨਾਂ ਨੂੰ ਵੀ ਕਰ ਸਕਦੇ ਜੀ, ਇਹ ਵਾਹ ਹੈ ਜੀ ਜ਼ਮੀਨ ਸਾਡੀ। ਜਦੋਂ ਤੋਂ ਤੁਸੀਂ ਸੀਐਮ ਨੂੰ ਕੰਪਲੇਂਟ ਦਿੱਤੀ ਉਸ ਤੋਂ ਬਾਅਦ ਕੁਝ ਉਹਦੇ ਇੰਟਰਫੇਅਰ ਘੱਟ ਹੋਇਆ ਕਿ ਨਹੀਂ ਹੋਇਆ ਬਲਕਾਰ ਸਿੱਧੂ ਦਾ, ਜਾਂ ਉਸ ਤੋਂ ਬਾਅਦ ਵੀ ਤੁਹਾਨੂੰ ਲਗਾਤਾਰ ਕੁਝ? ਨਹੀਂ, ਲੱਗਦਾ ਤਾਂ ਹੈ ਜੀ ਘੱਟ ਹੋਇਆ, ਪਰ ਜਿਹੜੇ ਉਹ ਹਰਕਤਾਂ ਨਹੀਂ ਘੱਟ ਹੋ ਰਹੀਆਂ ਨਾ ਜੀ। ਜਿਹੜੇ ਬੰਦੇ ਬਦਮਾਸ਼ੀ ਤੇ ਆਏ ਹੋਏ, ਜਿਹੜੇ ਸਾਡੇ ਤੋਂ 24 ਕਿੱਲੇ ਉਧਰ ਦੱਬਣ ਨੂੰ ਫਿਰਦੇ ਹੈਗੇ ਸਾਰੇ, ਤੇ ਜਿਹੜੇ ਜਿਸ ਟਾਈਪ ਦੇ ਲੈ ਕੇ ਬੰਦੂਕਾਂ ਹੀ ਲੈ ਕੇ ਸਾਨੂੰ ਧਮਕੀਆਂ ਦਿੰਦੇ ਆ ਮੈਨੂੰ, ਉਹ ਨਹੀਂ ਬੰਦ ਹੋਇਆ ਜੀ। ਇਹਦਾ ਮਤਲਬ ਉਹਦੀ ਕਿਤੇ ਨਾ ਕਿਤੇ ਉਹਦੀ ਅੰਦਰ ਖਤਮ, ਦੇਖੋ ਉਹਦੀ ਬਦਨਾਮੀ ਹੋ ਗਈ ਜੀ। ਜਦੋਂ ਉਹਨੇ ਮੈਨੂੰ ਗਲਤ ਕਿਹਾ, ਮੈਂ ਸੀਐਮ ਸਾਹਿਬ ਕੋਲ ਗੱਲ ਪਹੁੰਚਾਤੀ, ਬੇਇੱਜ਼ਤੀ ਤਾਂ ਉਹਦੀ ਹੋਈ ਹੈ, ਉਹਨੂੰ ਥੋੜੀ ਮੋਟੀ ਸ਼ਰਮ ਮੰਨਦਾ ਹੋਣਾ, ਪਰ ਅੰਦਰੋਂ ਤਾਂ ਫਿਰ ਬਦਮਾਸ਼ੀ ਉਹੀ ਹੈ ਜੀ। ਇਸ ਬੰਦੇ ਨੂੰ ਤੁਹਾਨੂੰ ਮੈਂ ਦੱਸਿਆ ਜੀ, ਜਿਵੇਂ ਇਹਨੂੰ 1992 ਚ ਕਾਂਗੜ ਸਾਹਿਬ ਨੇ ਆਪਦੀਆਂ ਜਦੋਂ ਉਹ ਕਰਦੇ ਸੀ ਚੁਣਾਵੀ ਰੈਲੀਆਂ, ਉਹਦੇ 'ਚ ਓਪਨਲੀ ਬੋਲਿਆ ਸੀ ਕਿ ਭਾਈ ਇਹਨੂੰ ਫੜ ਲਿਆ ਸੀ, ਇਹ ਸਪਲਾਈ ਕਰਦੇ ਸੀ, 1992 ਦੀ ਗੱਲ ਕਰਦਾ ਜੀ, ਇਹਨੂੰ ਚੱਕ ਕੇ ਲੈ ਗਏ ਜੀ ਪੁਲਿਸ ਵਾਲੇ। ਇਹ ਸਪਲਾਈ ਕਰਦਾ ਸੀ ਉਹ AK-47 ਵਗੈਰਾ ਆਪਦੇ ਢੋਲਣਾ 'ਚ, ਉਹਨਾਂ ਨੇ ਫੜ ਕੇ ਇਹਨੂੰ ਉਹ ਲੱਤਾਂ ਚੌੜੀਆਂ ਕਰਤੀਆਂ ਜੀ। ਇਹ ਬਲਕਾਰ ਸਿੱਧੂ ਉਹਦੇ ਕਾਂਗੜ ਸਾਹਿਬ ਦੇ ਗੁਰਪ੍ਰੀਤ ਕਾਂਗੜ ਦੇ ਨਾਨਕਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।